ਮਿਲਾਵਾਂਗੇ ਤੁਹਾਨੂੰ ਸਮਾਜ ਦੀਆਂ ਉੱਗੀਆਂ ਹਸਤੀਆਂ ਦੇ ਨਾਲ ਤੇ ਪੁੱਛਾਂਗੇ ਉਹਨਾਂ ਤੋਂ ਸਵਾਲ ਜਿਹੜੇ ਦੇਣਗੇ ਤੁਹਾਨੂੰ ਜਾਣਕਾਰੀਆਂ। ਵੇਖਣਾ ਨਾ ਭੁੱਲਣਾ ਪ੍ਰੋਗਰਾਮ ਸ਼ਾਹ ਜੀ ਦੇ ਸਵਾਲ। ਸਾਡੇ ਪ੍ਰੋਗਰਾਮ ਸ਼ਾਹ ਜੀ ਦੇ ਸਵਾਲ ਦੇ ਵਿੱਚ ਅੱਜ ਸਾਡੇ ਨਾਲ ਜੁੜੇ ਨੇ ਨੈਸ਼ਨਲ ਬੀਜੇਪੀ ਦੇ ਨੈਸ਼ਨਲ ਕੌਂਸਲ ਮੈਂਬਰ ਸ਼੍ਰੀਮਤੀ ਵਰਿੰਦਰ ਕੌਰ ਥਾਂਦੀ ਜੀ। ਮੈਡਮ ਤੁਹਾਡਾ ਬਹੁਤ ਸਵਾਗਤ ਹੈ। ਜਿਹੜੇ ਕੁਐਸਚਨ ਤੁਹਾਨੂੰ ਪੁੱਛਾਂਗੇ ਅਸੀਂ ਚਾਹੁੰਦੇ ਹਾਂ ਕਿ ਤੁਸੀਂ ਪੂਰੇ ਇਮਾਨਦਾਰੀ ਨਾਲ ਉਹਦੇ ਜਵਾਬ ਦਿਓ। ਸਭ ਤੋਂ ਪਹਿਲਾਂ ਮੈਂ ਤੁਹਾਡੇ ਜਿਹੜੀ ਇਹ ਜ਼ਿੰਮੇਵਾਰੀ ਹੈ ਇਹ ਤੁਹਾਨੂੰ ਇਹਦੇ ਨਾਲ ਹੋਰ ਕਿਹੜੀਆਂ ਜ਼ਿੰਮੇਵਾਰੀਆਂ ਨੇ ਜਿਹੜੀਆਂ ਤੁਸੀਂ ਨਿਭਾ ਰਹੇ ਹੋ ਪਾਰਟੀ ਦੇ ਵਿੱਚ? ਨੈਸ਼ਨਲ ਕੌਂਸਲ ਮੈਂਬਰ ਦੇ ਨਾਤੇ ਬੋਲਾ ਆਪਣੇ ਅਨੰਦਪੁਰ ਸਾਹਿਬ ਹਲਕੇ ਦੇ ਵਿੱਚ, ਕਿਉਂਕਿ ਮੈਂ ਨੈਸ਼ਨਲ ਕੌਂਸਲ 'ਚ ਵੀ ਇਸੇ ਹਲਕੇ ਨੂੰ ਰਿਪਰੈਜ਼ੈਂਟ ਕਰਦੀ ਹਾਂ। ਇਸ ਦੇ ਨਾਲ ਮੈਂ ਮੋਹਾਲੀ ਜ਼ਿਲ੍ਹੇ ਦੀ ਇੰਚਾਰਜ ਹਾਂ ਅਤੇ ਮੋਹਾਲੀ ਜ਼ਿਲ੍ਹੇ ਦੀ ਸਾਰੀ ਜਿਹੜੀ ਬੀਜੇਪੀ ਦਾ ਕੰਮਕਾਰ ਆ ਮੇਰੀ ਰੇਖ ਦੇਖ ਥੱਲੇ ਹੁੰਦਾ ਹੈ। ਨਵਾਂ ਸ਼ਹਿਰ ਜ਼ਿਲ੍ਹੇ ਨੂੰ ਮੈਂ ਆਪ ਬਿਲੋਂਗ ਕਰਦੀ ਹਾਂ ਇੱਥੋਂ ਦੀ ਹੋਣ ਦੇ ਨਾਤੇ, ਔਰ ਉਸ ਤੋਂ ਪਹਿਲਾਂ ਮੈਂ ਰੋਪੜ ਜ਼ਿਲ੍ਹੇ ਦੀ ਵੀ ਪ੍ਰਭਾਰੀ ਰਹੀ ਹਾਂ। ਇਸ ਕਰਕੇ ਪੂਰਾ ਹਲਕਾ ਜਿਹੜਾ ਅਨੰਦਪੁਰ ਸਾਹਿਬ ਹੈਗਾ ਇਹ ਪੂਰਾ ਮੈਂ ਆਪਣੀ ਬੀਜੇਪੀ ਦੇ ਸੰਗਠਨ ਦੀ ਦ੍ਰਿਸ਼ਟੀ ਨਾਲ ਪੂਰਾ ਜ਼ਿਲ੍ਹਾ ਮੈਂ ਦੇਖ ਚੁੱਕੀ ਹਾਂ ਔਰ ਹੁਣ ਵੀ ਦੇਖ ਰਹੀ ਹਾਂ। ਅੱਜ ਕੱਲ੍ਹ ਜਿਹੜਾ ਮਾਹੌਲ ਹੈ ਉਹ ਇਲੈਕਸ਼ਨ ਦਾ ਮਾਹੌਲ ਹੈ, ਚੋਣਾਂ ਦਾ ਮਾਹੌਲ ਜਦੋਂ ਆਉਂਦਾ ਤਾਂ ਰਾਜਨੀਤਿਕ ਲੋਕ ਜਿਹੜੇ ਉਹਨਾਂ ਦੀ ਸਰਗਰਮੀ ਪੂਰੇ ਸਿਖਰ 'ਤੇ ਹੋ ਜਾਂਦੀ ਹੈ। ਇਹਦਾ ਜੇ ਅਸੀਂ ਅਨੰਦਪੁਰ ਸਾਹਿਬ ਹਲਕੇ ਦੀ ਲੋਕ ਸਭਾ ਸੀਟ ਦੀ ਗੱਲ ਕਰੀਏ ਤਾਂ ਇਹਦੇ ਵਿੱਚ ਕੋਈ 9 ਮੇਰਾ ਖਿਆਲ ਵਿਧਾਨ ਸਭਾ ਹਲਕੇ ਨੇ ਅਤੇ ਉਹਦੇ 'ਚੋਂ ਜੇ 2 ਸੈਗਮੈਂਟਸ 'ਚ ਇਹਨੂੰ ਡਿਵਾਈਡ ਕਰੀਏ ਤਾਂ ਇੱਕ ਮੋਹਾਲੀ ਅਤੇ ਖਰੜ ਦਾ ਏਰੀਆ ਇੱਕ ਸੈਗਮੈਂਟ ਬਣਦਾ ਅਤੇ ਬਾਕੀ ਜਿਹੜੇ ਇਹ ਦੁਆਬਾ ਬੈਲਟ ਦੇ ਬਾਕੀ ਸਾਰੇ ਜਿਹੜੇ ਹਲਕੇ ਆ ਜਾਂਦੇ। ਇੱਕ ਚਮਕੌਰ ਸਾਹਿਬ ਦਾ ਹਲਕਾ ਸੀ, ਉਹਨੂੰ ਉਹਦੇ ਨਾਲ ਹੀ ਮੋਹਾਲੀ ਅਤੇ ਖਰੜ ਦੇ ਨਾਲ ਜੋੜ ਸਕਦੇ ਹਾਂ। ਜਿਹੜੀ ਬੀਜੇਪੀ ਦੀ ਤੁਸੀਂ ਸਮਝਦੇ ਹੋ ਕਾਰਗੁਜ਼ਾਰੀ ਹੈ ਜਿਹੜੀ ਇਹਨਾਂ ਖਾਸ ਕਰ ਸਾਰੇ ਅਸੀਂ ਅਨੰਦਪੁਰ ਸਾਹਿਬ ਹਲਕੇ ਦੀ ਗੱਲ ਕਰਦੇ ਹਾਂ, ਬੀਜੇਪੀ ਦੀ ਕਾਰਗੁਜ਼ਾਰੀ ਜਿਹੜੀ ਹੈ ਉਹਨੂੰ ਕਿਵੇਂ ਦੇਖਦੇ ਹੋ ਕਿ ਕਿਵੇਂ ਤੁਸੀਂ ਔਰਗੇਨਾਈਜ਼ ਕੀਤਾ ਹੈ ਸਾਰੀ ਮੁਹਿੰਮ ਨੂੰ, ਚੋਣ ਮੁਹਿੰਮ ਨੂੰ, ਜਿਸ ਤਰ੍ਹਾਂ ਤੁਸੀਂ ਇੰਚਾਰਜ ਵੀ ਹੋ ਇੱਥੇ ਇੱਕ ਹਲਕੇ ਦੇ? ਜਿਹੜੇ ਇਹ ਬੀਜੇਪੀ ਦੇ ਤੌਰ 'ਤੇ ਜਿਹੜੇ ਇਹ ਹਲਕੇ 'ਚ ਪ੍ਰੋਗਰਾਮ ਚੱਲ ਰਹੇ ਆ, ਜੋ ਪਾਰਟੀ ਹਾਈ ਕਮਾਂਡ ਵੱਲੋਂ ਨੈਸ਼ਨਲ ਤੋਂ ਸਾਨੂੰ ਪ੍ਰੋਗਰਾਮ ਆਉਂਦੇ ਆ ਟਾਈਮ ਟੂ ਟਾਈਮ, ਉਹ ਪ੍ਰੋਗਰਾਮ ਅਸੀਂ ਸਾਰੇ ਹਲਕਿਆਂ ਦੇ ਵਿੱਚ ਅਪਲਾਈ ਕੀਤੇ ਆ। ਜਿਹਦੇ 'ਚ ਇੱਕ ਬਹੁਤ ਵਧੀਆ ਪ੍ਰੋਗਰਾਮ ਪਹਿਲਾਂ ਆਇਆ ਸੀ ਘਰ ਘਰ ਚਲੋ ਅਭਿਆਨ। ਉਸ ਦੇ ਤਹਿਤ ਅਸੀਂ ਇੱਕ ਸਟਿੱਕਰਸ ਲੈ ਕੇ ਪਾਰਟੀ ਦੇ, ਜਿਹਦੇ ਵਿੱਚ UPA ਔਰ NDA ਦੀ ਸਰਕਾਰ ਦੇ ਆਪਸ ਦੇ ਵਿੱਚ ਜੋ ਇਹਦਾ ਕੰਪੈਰੀਜ਼ਨ ਸੀ ਉਹ ਕਰਕੇ ਘਰ ਘਰ ਜਾ ਕੇ ਲੋਕਾਂ ਨਾਲ ਰਾਬਤਾ ਕਾਇਮ ਕੀਤਾ ਔਰ ਉਹਨਾਂ ਨਾਲ ਗੱਲ ਕੀਤੀ। ਉਹਨਾਂ ਨੂੰ ਇਹ ਦੱਸਿਆ ਗਿਆ ਕਿ UPA ਦੀ ਸਰਕਾਰ ਦੇ ਵਿੱਚ ਕੀ ਹੋਇਆ ਔਰ NDA ਦੀ ਸਰਕਾਰ ਜਦੋਂ 6 ਸਾਲ ਚੱਲੀ ਸੀ ਉਦੋਂ ਕੀ ਹੋਇਆ ਔਰ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਕੀ ਕਰਨਾ ਚਾਹੁੰਦੇ ਹਾਂ ਅਗਰ NDA ਦੀ ਸਰਕਾਰ ਦੁਬਾਰਾ ਬਣਦੀ ਹੈ। ਉਹਦੇ ਲਈ ਅਸੀਂ ਲੋਕਾਂ ਨੂੰ ਕਾਫੀ ਉਹਨਾਂ ਨਾਲ ਗੱਲ ਕੀਤੀ, ਜਾਗਰੂਕ ਕੀਤਾ ਔਰ ਕਾਫੀ ਲੋਕਾਂ ਨੇ ਜਿਹੜਾ ਪੜ੍ਹਿਆ ਲਿਖਿਆ ਵੋਟਰ ਆ ਇਸ ਦੇਸ਼ ਦੇ ਨਾਲ ਸਾਡੇ ਨਾਲ ਉਹਨੇ ਐਗਰੀ ਕੀਤਾ ਕਿ ਵਾਕਈ ਜੋ ਪੋਜੀਸ਼ਨ ਇਸ ਵੇਲੇ ਹੈ ਦੇਸ਼ ਦੇ ਵਿੱਚ ਇੱਕ ਚੇਂਜ ਲਿਆਉਣ ਦੀ ਜ਼ਰੂਰਤ ਹੈ। ਸੈਕਿੰਡ, ਉਸ ਤੋਂ ਬਾਅਦ ਇੱਕ ਹੋਰ ਪ੍ਰੋਗਰਾਮ ਆਇਆ, ਇੱਕ ਵੋਟ ਕਮਲ ਪੇ ਵੋਟ। ਉਹਦੇ 'ਚ ਕੀ ਸੀ ਕਿ ਹਰ ਮੰਡਲ ਦੇ ਵਿੱਚ ਇਹ ਪ੍ਰੋਗਰਾਮ ਦਿੱਤਾ ਗਿਆ ਕਿ ਘਰ ਘਰ ਜਾ ਕੇ ਤੁਸੀਂ ਲੋਕਾਂ ਨਾਲ ਸੰਪਰਕ ਕਰਨਾ ਕਿ ਅਗਰ ਤੁਸੀਂ ਪਸੰਦ ਕਰਦੇ ਹੋ ਮੋਦੀ ਸਾਹਿਬ ਨੂੰ ਅਤੇ ਉਹਨਾਂ ਦੇ ਨਾਂ 'ਤੇ ਇੱਕ ਨੋਟ ਜਿਹੜਾ ਹੈਗਾ, ਡੱਬੇ ਸੀ ਸਾਡੇ ਕੋਲ, ਉਹਨਾਂ ਡੱਬਿਆਂ ਦੇ ਵਿੱਚ ਇੱਕ ਨੋਟ 10 ਤੋਂ ਲੈ ਕੇ 1000 ਰੁਪਏ ਤੱਕ ਜਿੰਨੀ ਕਿਸੇ ਦੀ ਖੁਸ਼ੀ ਸੀ ਉਹ ਪਾ ਸਕਦਾ ਸੀ। ਔਰ ਨਾਲ ਹੀ ਉਹਨਾਂ ਨੂੰ ਕਿਹਾ ਕਿ ਅਗਰ ਤੁਸੀਂ ਇਸ ਗੱਲ ਲਈ ਰਜ਼ਾਮੰਦ ਹੋ, ਨੋਟ ਪਾਉਂਦੇ ਆ ਅਤੇ ਨਾਲ ਇੱਕ ਵੋਟ ਜਿਹੜੀ ਹੈ ਤੁਸੀਂ ਕਮਲ ਦੇ ਫੁੱਲ 'ਤੇ ਸਾਨੂੰ ਜਿਹੜੀ ਹੈਗੀ ਹੈ ਚਾਹੀਦੀ ਹੈ, ਚਾਹੇ ਉਹਦੇ 'ਚ ਜਿਸ ਤਰ੍ਹਾਂ ਅਲਾਇੰਸ ਪਾਰਟਨਰਸ ਹੈਗੇ ਜਿੱਥੇ ਉਹਨਾਂ ਦਾ ਜੋ ਚੋਣ ਨਿਸ਼ਾਨ ਹੋਵੇ। ਔਰ ਉਹ ਬਹੁਤ ਅੱਛੇ ਦੋਨੇ ਪ੍ਰੋਗਰਾਮ ਸਾਡੇ ਚੱਲੇ, ਲੋਕਾਂ ਨੇ ਬਹੁਤ ਅੱਛਾ ਹੰਗਾਰਾ ਦਿੱਤਾ, ਜਿਹਦੇ ਵਿੱਚ ਅਸੀਂ ਇਹ ਵੀ ਕੰਮ ਕੀਤਾ ਕਿ ਜਿੱਥੇ ਵੋਟਾਂ ਉਸ ਘਰ ਦੀਆਂ ਕਿੰਨੀਆਂ ਵੋਟਾਂ ਹੈ, ਕਿੰਨੀਆਂ ਬਣੀਆਂ ਔਰ ਨਵੀਆਂ ਬਣਨ ਵਾਲੀਆਂ ਜਿਹੜੀਆਂ ਵੋਟਾਂ ਸੀ ਉਹਨਾਂ ਨੂੰ ਟਾਰਗੇਟ ਕਰਕੇ ਨਵੀਆਂ ਵੋਟਾਂ ਵੀ ਬਣਾਈਆਂ। ਇਸ ਨਾਲ ਅਸੀਂ ਇੱਕ ਘਰ ਲੋਕਾਂ ਨੂੰ ਵੀ ਟੱਚ ਕੀਤਾ ਔਰ ਉਹਨਾਂ ਨੇ ਵੋਟਾਂ ਲਈ ਪ੍ਰੇਰਿਤ ਕੀਤਾ, ਜਿਹਦਾ ਇੱਕ ਬਹੁਤ ਹੀ ਅੱਛਾ ਰਿਜ਼ਲਟ ਜਿਹੜਾ ਆਉਣ ਵਾਲੇ ਸਮੇਂ 'ਚ ਸਾਨੂੰ ਮਿਲਣ ਵਾਲਾ ਹੈ। ਅਨੰਦਪੁਰ ਸਾਹਿਬ ਹਲਕੇ ਤੋਂ ਜਿਹੜੇ ਸਾਂਝੇ ਉਮੀਦਵਾਰ ਨੇ ਬੀਜੇਪੀ ਅਤੇ ਅਕਾਲੀ ਦਲ ਦੇ, ਉਹ ਸ਼੍ਰੀ ਸਰਦਾਰ ਪ੍ਰੇਮ ਸਿੰਘ ਚੰਦੂਮਾਜਰਾ ਜੀ ਨੇ। ਤੁਸੀਂ ਕੀ ਸਮਝਦੇ ਹੋ ਕਿ ਬੀਜੇਪੀ ਅਤੇ ਅਕਾਲੀ ਦਲ ਦਾ ਜਿਹੜੀ ਆਪਸ 'ਚ ਕੋਆਰਡੀਨੇਸ਼ਨ ਹੈ ਇਸ ਅਨੰਦਪੁਰ ਸਾਹਿਬ ਹਲਕੇ 'ਚ, ਉਹਨੂੰ ਕਿਵੇਂ ਦੇਖਦੇ ਹੋ? ਬਹੁਤ ਹੀ ਅੱਛੀ ਕੋਆਰਡੀਨੇਸ਼ਨ ਹੈਗੀ ਹੈ ਜੀ,
क्योंकि जे जदों एनडीए सरकार पहलां भी बनी सी उस वेले भी सब तो पहला जिहड़ा हिस्सा पाया सी पंजाब दे चीफ मिनिस्टर सरदार प्रकाश सिंह बादल जी ने अनकंडीशनल जिहड़ी सपोर्ट दित्ती सी वाजपेयी जी दी सरकार नूं। उस सरकार दे नाते किन्नी अच्छी 6 साल सरकार चली और पंजाब दे विच किन्नी डिवेलपमेंट हुई ये किसी तो लुकी हुई नहीं। और उस दे नाते अज भी मोदी साहब उस वेले साडे पंजाब दे प्रभारी सी एज ए जनरल सैकटरी ऑल इंडिया दे, ते बादल साहब दे नाल बहुत ज़्यादा प्यार है एज ए चीफ मिनिस्टर भी मोदी साहब दा। और मेरा ख्याल है भी आने वाले समय दे विच ये जिहड़ा गठजोड़ है अगे नालों भी ज़्यादा पीड़ा होएगा, क्योंकि मोदी साहब दा प्यार बादल साहब दे नाल, और बादल साहब ने हमेशा जो बीजेपी दे पिठ ते खड़े होए आ तो बीजेपी ने भी हमेशा बादल साहब दे जो भी उन्होंने गल कही उन्होंने पूरा किया। सो इस हल्के च सानू उम्मीदवार जिहड़े दिते आ प्रोफैसर प्रेम सिंह जी चंदूमाजरा बहुत अच्छे कोआर्डीनेशन दे नाल चल रहे आ। बाकी कैंडीडेट जिहड़ा हुंदा उहदे कोल किन्ना क टाइम हुंदा ये साडा अपनी जिम्मेवारी बनती है कि असी अपने तौर ते हर वेले कैंडीडेट ना उड़ीक के अपने तौर ते वोटां दे लई लोकां नूं जिद्दां प्रेरित करिए ताकि एक वोट जिहड़ी पा के असी ये वोट अपने चंदूमाजरा जी नूं जिताना और ये जिहड़ी वोट है असी मोदी जी लई तैयार करनी है ताकि मोदी जी देश दे जिहड़े आ प्रधानमंत्री बन सकन। इस विच साडी जिम्मेवारी बीजेपी दी होर बहुत ज़्यादा वध जांदी है। मैडम ਇਹ ਬੀਜੇਪੀ ਵੱਲੋਂ ਇਹ ਮੰਨਿਆ ਜਾ ਰਿਹਾ, ਤੁਸੀਂ ਇਹ ਮੰਨ ਰਹੇ ਹੋ ਕਿ ਬਹੁਤ ਵਧੀਆ ਤਰੀਕੇ ਨਾਲ ਪਾਰਟੀ ਕੰਮ ਕਰ ਰਹੀ ਹੈ ਤੇ ਜਿਹੜੀਆਂ ਮੀਡੀਆ 'ਚ ਅੱਜ ਖਬਰਾਂ ਆ ਰਹੀਆਂ ਨੇ ਕਿ ਮੋਦੀ ਲਹਿਰ ਚੱਲ ਰਹੀ ਹੈ, ਇਹ ਕੀ ਸੱਚਮੁੱਚ ਲਹਿਰ ਚੱਲ ਰਹੀ ਹੈ ਜਾਂ ਇਹ ਜਿਵੇਂ ਆਪੋਜੀਸ਼ਨ ਕਹਿ ਰਹੀ ਹੈ ਕਿ ਇਹ ਮੀਡੀਆ ਹਾਈਪ ਹੈ, ਮੀਡੀਆ ਦਾ ਕ੍ਰੀਏਟ ਕੀਤਾ ਮੀਡੀਆ ਮੈਨੇਜਮੈਂਟ ਹੈ? ਇਹਦੇ ਲਈ ਦੇਖੋ ਆਪੋਜੀਸ਼ਨ ਨੇ ਵੀ ਬਹੁਤ ਕੁਝ ਕਹਿਣਾ ਹੈਗਾ, पर तुसी देख रहे हैं कि किस तरह लोग एनडीए गठन दे नाल जुड़ रहे हैं। एक बारी जिस वेले एनडीए का गठन टुटिया सीगा उस वेले लोगों को लगता सी कि शायद ये दोबारा ना बन सके, लेकिन एक मोदी जी की लहर सदका ही अज नवे होर पार्टियां जड़ियां एनडीए गठन दे विच जुड़न नूं तैयार बैठियां। इस करके लहर का ही असर है कि इन्ने लोग तुसी जाके देखो कि असी जदों लोगों नूं संपर्क करते हैं कांग्रेस दे खुद लोग भी असी वैसे कांग्रेसी हैं जी, लेकिन असी मोदी साहब दे फैन हैगे, इस करके असी मोदी साहब नूं वोट पानी है अपनी पार्टी नूं भी छड्ड के। ये लहर का सदका है, ना कोई इदां दा कोई किसी नूं मीडिया नूं हाइप कीता। और मेरा ख्याल था मीडिया जो बहुत ही वधिया जिम्मेवारी हमेशा अपनी निभांदा, और मीडिया एक सोर्स हैगा जिहड़ा सरकारां नूं जां किसी लीडर नूं जां किसी गवर्नमेंट नूं सफल करन दे विच अपनी बहुत वड्डी जिहड़ी आ योगदान दिंदा। सो इस तरह की कोई गल नहीं हैगी, क्योंकि जदों बंदा ये देखता कि काम हो रहा मीडिया कित्थों तक किसी चीज़ को एक्सप्लॉइट कर लेगा। जिन्नी देर कोई चीज़ होएगी नहीं उन्होंने क्रिएट तक किया नहीं जा सकता। जिहड़ी चीज़ है मोदी साहब का नाम है, पार्टी ने मान लिया, बाकी पार्टियां मान रही, बाकी नवे तो नवे जिहड़ियां पार्टियां दे चीफ हैगे आ वो आके सानू ज्वाइन कर रहे हैं, तो इसदा मतलब है कि मोदी साहब की हवा हैगी है, तदे उसनूं मन्नण नूं लोग तैयार है। तुसीं की महसूस करते हो भी इस बार ਜਿਹੜੀਆਂ आनंदपुर साहब हल्के 'ਚ ਵੋਟਾਂ ਪੈਣਗੀਆਂ, ਜਿਹੜੀਆਂ ਪ੍ਰੇਮ ਸਿੰਘ ਚੰਦੂਮਾਜਰਾ ਸਾਹਿਬ ਨੂੰ ਵੋਟਾਂ ਪੈਣਗੀਆਂ ਉਹ ਮੋਦੀ ਲਹਿਰ ਕਰਕੇ ਪੈਣਗੀਆਂ ਜਾਂ ਚੰਦੂਮਾਜਰਾ ਸਾਹਿਬ ਕਰਕੇ ਪੈਣਗੀਆਂ? दो चीज़ां जी, एक तो पंजाब दे विच जिहड़ी सरकार बनी है दोबारा विकास के नाम के उत्ते सरदार प्रकाश सिंह जी की अगवाई दे विच लोगों ने फतवा दिता इस गठजोड़ नूं, उस दा भी लोग बहुत फायदा जिहड़ा हैगा लोकी लै रहे हैं। जिहड़ियां स्कीमां भी हैगियां जां आने वाले समय च करने वाले जिहड़े वो काम ये बहुत इस गल का फायदा देणगे। मोदी साहब का फायदा तो होना ही होना, पंजाब सरकार का भी बहुत फायदा होएगा। तो अपने आप दे विच चंदूमाजरा जी भी एक अच्छी पर्सनैलिटी हैगी, उन्होंने अपनी पर्सनैलिटी करके भी जिहड़ियां हैगियां उन्होंने वोटां हैगियां पैणगियां सारियां। मैडम तुहाडा मोहाली ਜਿਹੜਾ ਕੌਂਸਟੀਚੁਐਂਸੀ ਹੈ ਤੁਸੀਂ ਉਹਦੇ ਇੰਚਾਰਜ ਹੋ, ਉੱਥੇ ਕੁਛ ਸਪੈਸ਼ਲ ਕੈਂਪੇਨ ਜਾਂ ਕੀ ਉਹਦੇ 'ਚ ਕੋਈ ਵਖਰੇਵਾਂ ਕਰ ਰਹੇ ਹੋ ਜਾਂ ਸਾਰੇ ਹਲਕੇ ਦੇ ਵਿੱਚ ਹੀ ਇੱਕੋ ਜਿਹਾ ਤੁਹਾਡੀ ਪੋਲਿਸੀ ਹੈ? ਦੇਖੋ ਜੋ ਪਾਰਟੀ ਪੋਲਿਸੀ ਹੁੰਦੀ ਆ ਉਹ ਸਾਰੇ ਹਲਕਿਆਂ 'ਚ ਇੱਕੋ ਜਿਹੀ ਹੁੰਦੀ ਆ। ਜੋ ਸੈਂਟਰ ਤੋਂ ਜਦੋਂ ਜਿੱਦਾਂ ਦੀਆਂ ਪੋਲਿਸੀਜ਼ ਸਾਨੂੰ ਆਇਆ, ਸਾਡਾ ਇੱਕ ਬੂਥ ਜਿਹੜਾ ਹੈਗਾ ਆ ਪੰਜਾਬ ਦੇ ਵਿੱਚ ਆਲ ਇੰਡੀਆ ਦੇ ਵਿੱਚ ਇੱਕ ਪਾਰਟੀ ਪ੍ਰਧਾਨ ਵੱਲੋਂ ਜੋ ਹੁਕਮ ਹੋਇਆ ਸੀ
कि असी हर बूथ ते अपनी टीम जिहड़ी तैयार करनी है और उस बूथ इंचार्ज की ये जिम्मेवारी होवे कि आला दुआला छड्ड के सिर्फ अपने बूथ नूं जिताउण दी जिम्मेवारी उस प्रधान की होएगी। ਜਦੋਂ ਆਪਾਂ ਹਰ ਇੱਕ ਬੂਥ ਨੂੰ ਜਿਤਾਉਣ ਦੀ ਜ਼ਿੰਮੇਵਾਰੀ ਆਪਣੀ ਸਮਝ ਲਈਏ, ਹਰ ਬੂਥ ਜਿੱਤ ਗਿਆ ਤਾਂ ਪਾਰਟੀ ਆਪਣੇ ਆਪ ਤੇ ਜਿੱਤ ਜਾਂਦੀ ਹੈ ਜੀ, ਕੋਈ ਐਸੀ ਗੱਲ ਨਹੀਂ। ਉਹ ਜਿਹੜੀ ਬੂਥ ਮੈਨੇਜਮੈਂਟ ਹੈ ਇੱਕ ਐਸਾ ਪ੍ਰੋਗਰਾਮ ਹੈ ਜਿਹੜਾ ਆਲ ਇੰਡੀਆ ਦੇ ਵਿੱਚ ਸੇਮ ਚੱਲ ਰਿਹਾ ਪਾਰਟੀ ਵੱਲੋਂ, ਉਹਦੇ 'ਚ ਕੋਈ ਐਸੀ ਗੱਲ ਨਹੀਂ ਹੈਗੀ ਵੀ ਕਿਸੇ ਹਲਕੇ 'ਚ ਹੋਰ ਆ ਜਾਂ ਹੋਰ ਆ, ਇੱਕੋ ਹੀ ਵਧੀਆ ਤਰੀਕੇ ਨਾਲ ਜਿਹੜਾ ਕੰਮ ਚੱਲ ਰਿਹਾ। ਬਾਕੀ ਅਸੀਂ ਅਕਾਲੀ ਦਲ ਤੇ ਬੀਜੇਪੀ ਆਪਸ ਕੋਆਰਡੀਨੇਸ਼ਨ ਦੇ ਨਾਲ ਚੱਲ ਰਹੇ ਹਾਂ। ਜਿਸ ਤਰ੍ਹਾਂ ਦੇ ਸਾਡੇ ਹਲਕਿਆਂ ਦੇ ਵਿੱਚ ਜਿੱਥੇ ਐਮਐਲਏਜ਼ ਹੈਗੇ ਆ, ਜੋ ਉਹਨਾਂ ਦਾ ਪ੍ਰੋਗਰਾਮ ਹੁੰਦਾ ਉਸ ਨੂੰ ਅੱਗੇ ਅਪਲਾਈ ਕਰੀਦਾ, ਪਲੱਸ ਆਪਣੀ ਪਾਰਟੀ ਦਾ ਪ੍ਰੋਗਰਾਮ ਜਿਹੜਾ ਦੋਨੇ ਅਪਲਾਈ ਕਰਦੇ। ਮੈਂ ਇਸ ਕਰਕੇ ਸਵਾਲ ਇਸ ਕਰਕੇ ਪੁੱਛਿਆ ਸੀ ਕਿਉਂਕਿ ਪਿਛਲੀ ਵਾਰ ਜਿਹੜੀ ਮਾਰ ਪਈ ਸੀ ਤੁਹਾਡੀ ਪਾਰਟੀ, ਤੁਹਾਡੇ ਗੱਠਜੋੜ ਨੂੰ, ਸੀਟ ਜਿਹੜੀ ਹਾਰੀ ਸੀ ਤੁਸੀਂ, ਉਹ ਮੋਹਾਲੀ ਤੇ ਖਰੜ ਤੋਂ ਭਾਰੀ ਫਰਕ ਜਿਹੜਾ ਪੈ ਗਿਆ ਸੀ ਉਹਦੇ ਕਰਕੇ ਹਾਰੀ ਸੀ। ਆਹ ਜਿਹੜੀ ਤੁਹਾਡੀ ਬੈਲਟ ਜਿੱਥੇ ਅਸੀਂ ਬੈਠੇ ਹਾਂ ਬਲਾਚੌਰ, ਇੱਥੇ ਕਾਠਗੜ੍ਹ ਦਾ ਜਿਹੜਾ ਏਰੀਆ ਜਾਂ ਅੱਗੇ ਤੁਸੀਂ ਹੋਰ ਜਿਹੜੇ ਹਲਕੇ ਨੇ ਗੜ੍ਹਸ਼ੰਕਰ ਦਾ ਹਲਕਾ ਹੈ ਜਾਂ ਇਹਨਾਂ ਦੇ ਇੰਨਾ ਜ਼ਿਆਦਾ ਡਿਫਰੈਂਸ ਨਹੀਂ ਸੀ, ਉੱਥੇ ਜਾ ਕੇ ਬਹੁਤ ਵੱਡਾ ਡਿਫਰੈਂਸ ਪਿਆ ਸੀ। ਇਸ ਕਰਕੇ ਮੈਂ ਕਿਹਾ ਕਿ ਕੋਈ ਖਾਸ ਸਟ੍ਰੈਟਜੀ ਇਸ ਵਾਰ ਉਹਨਾਂ ਹਲਕਿਆਂ ਦੀ ਜਿਹੜੀ ਲੀਡ ਸੀ ਉਹਨੂੰ ਘੱਟ ਕਰਨ ਵਾਸਤੇ ਤੁਸੀਂ ਕੋਈ ਵਿਉਂਤਬੰਦੀ ਕੀਤੀ ਹੋਵੇ। ਦੇਖੋ ਵਿਉਂਤਬੰਦੀ ਤਾਂ ਤੁਹਾਨੂੰ ਮੈਂ ਪਹਿਲਾਂ ਵੀ ਇਹੀ ਦੱਸ ਚੁੱਕੀ ਹਾਂ ਕਿ ਵਰਕਰ ਜਿਹੜਾ ਹਰ ਵਰਕਰ ਆਪਣੀ ਜ਼ਿੰਮੇਵਾਰੀ ਜਿਸ ਦੀ ਪੋਸਟ 'ਤੇ ਹੈਗਾ ਆਪਣੀ ਜ਼ਿੰਮੇਵਾਰੀ ਉਹ ਆਪਣੀ ਪੂਰੀ ਕਰ ਰਿਹਾ। ਜਿਹੜੀ ਗੱਲ ਕਰੀਏ ਵੀ ਪਿਛਲੀ ਵਾਰ ਉੱਧਰੋਂ ਕਈ ਵਾਰੀ ਜਿਹੜੇ ਆਪਣੀ ਪਾਰਟੀ ਦੇ ਕੋਈ ਨਾਰਾਜ਼ ਲੀਡਰਸ ਹੁੰਦੇ ਆ, ਜਦੋਂ ਉਹ ਪਾਰਟੀ ਨੂੰ ਛੱਡ ਕੇ ਜਾਂਦੇ ਆ ਔਰ ਉਹਨਾਂ ਦਾ ਇੰਨਾ ਕੁ ਕੱਦ ਹੁੰਦਾ ਕਿ ਉਹ ਕਈ ਵੋਟਾਂ ਨੂੰ ਅਫੈਕਟ ਕਰਦੇ ਆ, ਉਹ ਉਹਨਾਂ ਦੇ ਜਾਣ ਨਾਲ ਕਈ ਵਾਰੀ ਨੁਕਸਾਨ ਹੁੰਦਾ। ਉਹਦੇ 'ਚ ਤੁਹਾਨੂੰ ਵੀ ਪਤਾ ਵੀ ਪਿਛਲੀ ਵਾਰ ਕੋਈ ਇਸ ਤਰ੍ਹਾਂ ਨਾਰਾਜ਼ਗੀ ਦੇ ਨਾਲ ਬਾਹਰ ਗਿਆ ਔਰ ਉਸਨੇ ਉਸ ਵਿਰੋਧ 'ਚ ਕੰਮ ਕੀਤਾ। ਅੱਜ ਉਹ ਵੀ ਸਾਰੇ ਲੀਡਰਸ ਜਿਹੜੇ ਅੱਗੇ ਕੋਈ ਨਾ ਕੋਈ ਨਾਰਾਜ਼ ਹੋ ਕੇ ਚਲੇ ਗਿਆ ਸੀ। ਕੀ ਰਾਜਵੀਰ ਪਟਿਆਲਾ ਤੇ ਹਰਨੇਕ ਸਿੰਘ ਘੜੂਆ ਜਿਹੜੇ ਸਾਬਕਾ ਮੰਤਰੀ ਵੀ ਰਹੇ, ਉਹਨਾਂ ਦੇ ਆਉਣ ਨਾਲ ਪਾਰਟੀ ਨੂੰ ਉੱਥੋਂ ਕੀ ਤੁਹਾਡਾ ਇਸ਼ਾਰਾ ਉਹਨਾਂ ਵੱਲ ਹੈ? ਨਹੀਂ, ਮੈਂ ਹਰ ਇੱਕ ਦੀ ਗੱਲ ਕਰਦੀ ਕਿਸੇ ਵੀ ਹਲਕੇ 'ਚ। ਅੱਜ ਤੁਸੀਂ ਦੇਖ ਰਹੇ ਆ ਕਿ ਬੀਜੇਪੀ ਅਕਾਲੀ ਦਲ 'ਚ ਜੇ ਕੋਈ ਨਾਰਾਜ਼ ਹੋ ਕੇ ਗਿਆ ਸੀ ਉਹ ਤਾਂ ਵਾਪਸ ਆ ਰਿਹਾ ਆ, ਕਾਂਗਰਸ ਨੂੰ ਛੱਡ ਕੇ ਵੀ ਲੋਕ ਸਾਨੂੰ ਜੁਆਇਨ ਕਰ ਰਹੇ ਆ। ਹਰ ਇੱਕ ਦੀ ਆਪਣੀ ਇੱਕ ਅਹਿਮੀਅਤ ਹੁੰਦੀ ਆ, ਕਿਸੇ ਵੀ ਇੱਕ ਵਰਕਰ ਦੀ ਇੱਕ ਵੋਟ ਦੀ ਵੀ ਅਹਿਮੀਅਤ ਹੁੰਦੀ ਆ, ਕਿਉਂਕਿ ਕਈ ਵਾਰੀ ਇੱਕ ਵੋਟ ਦੇ ਨਾਲ ਵੀ ਸਰਕਾਰ ਡਿੱਗ ਪੈਂਦੀ ਹੈ। ਸੋ ਇੱਕ ਬੰਦੇ ਦਾ ਆਉਣ ਦੇ ਨਾਲ ਉਸਦੇ ਪਰਿਵਾਰ ਦੀ ਵੋਟ ਜਾਂ ਉਸਦੇ ਹੋਰ ਰਿਸ਼ਤੇਦਾਰਾਂ ਦੀ, ਦੋਸਤਾਂ ਮਿੱਤਰਾਂ ਦੀ ਵੋਟ ਦਾ ਸਾਨੂੰ ਬਹੁਤ ਜ਼ਿਆਦਾ ਵੱਡਾ ਬੈਨੀਫਿਟ ਹੋਏਗਾ। ਕੋਈ ਵੀ ਬੰਦਾ ਜਿਹੜਾ ਚਾਹੇ ਸਾਡੇ ਘਰ 'ਚੋਂ ਗਿਆ ਸੀ, ਉਹ ਘਰ ਵਾਪਸ ਆਇਆ, ਉਸ ਦੀਆਂ ਵੋਟਾਂ ਦਾ ਇਫੈਕਟ, ਪਲੱਸ ਜਿਹੜੇ ਲੋਕ ਆ ਕਾਂਗਰਸ ਜਾਂ ਅਦਰਸ ਪਾਰਟੀ ਨੂੰ ਛੱਡ ਕੇ ਸਾਨੂੰ ਜੁਆਇਨ ਕਰ ਰਹੇ ਆ, ਉਹਨਾਂ ਚੀਜ਼ਾਂ ਦਾ ਬਹੁਤ ਵੱਡਾ ਸਾਨੂੰ ਫਾਇਦਾ ਜਿਹੜਾ ਹੋਣ ਵਾਲਾ ਹੈ। ਜਿਹੜਾ ਕਾਂਗਰਸ ਨੇ ਜਿਹੜਾ ਕੈਂਡੀਡੇਟ ਆਪਣਾ ਬਦਲਿਆ, ਇੱਥੋਂ MP ਦਾ ਉਮੀਦਵਾਰ ਜਿਹੜਾ ਬਦਲਿਆ, ਉਹਦੇ ਨਾਲ ਅਕਾਲੀ ਬੀਜੇਪੀ ਗੱਠਜੋੜ ਨੂੰ ਫਾਇਦਾ ਹੋਏਗਾ ਕਿ ਨੁਕਸਾਨ? ਦੇਖੋ ਗੱਲ ਇਸ ਤਰ੍ਹਾਂ ਹੁੰਦੀ ਆ ਕਿ ਚੱਲਦੀ ਲੜਾਈ ਦੇ ਵਿੱਚ ਜਦੋਂ ਆਪਾਂ ਘੋੜੇ ਬਦਲਦੇ ਹਾਂ ਤਾਂ ਨੈਚੁਰਲੀ ਜਿਹੜਾ ਬੰਦਾ ਨਿਸ਼ਾਨੇ ਤੋਂ ਉੱਕ ਜਾਂਦਾ। ਸਭ ਤੋਂ ਪਹਿਲੀ ਗੱਲ ਕਿ ਬੀਜੇਪੀ ਅਕਾਲੀ ਦਲ ਨੇ ਇਹ ਜਿਹੜੇ ਆਪਣੇ MLAs ਹੈਗੇ ਆ ਸਾਰੇ ਹਲਕਿਆਂ ਦੇ, ਉਹਨਾਂ ਨੇ ਬਹੁਤ ਪਹਿਲਾਂ ਤੋਂ ਆਪਣੀ ਜਿਹੜੀ ਇਹ ਚੋਣ ਕੰਪੇਨ ਸੀਗੀ ਇਹਨੂੰ ਸ਼ੁਰੂ ਕਰ ਲਿਆ ਸੀ। ਉਹ ਕੈਂਡੀਡੇਟ ਨੇ ਹਲੇ ਆਪਣੀ ਚੋਣ ਕੰਪੇਨ ਸ਼ੁਰੂ ਵੀ ਨਹੀਂ ਸੀ ਕੀਤੀ ਅਤੇ ਉਹਨੂੰ ਬਦਲ ਦਿੱਤਾ ਗਿਆ। ਬਦਲਣ ਕਾਰਨ ਨਵੇਂ ਕੈਂਡੀਡੇਟ ਨੂੰ ਇੱਕ ਤਾਂ ਉਹ ਮੈਂਟਲੀ ਪ੍ਰਪੇਅਰ ਨਹੀਂ, ਜੋ ਉਹਨਾਂ ਦੇ ਆਪਣੀ ਵਰਡਿੰਗ ਹੈ ਵੀ ਮੈਂ ਤਾਂ ਇਲੈਕਸ਼ਨ ਲੜਨ ਨੂੰ ਤਿਆਰ ਨਹੀਂ ਸੀ ਲੇਕਿਨ ਪਾਰਟੀ ਨੇ ਮੈਨੂੰ ਇਲੈਕਸ਼ਨ ਲੜਾਤੀ। ਜਿੰਨੀ ਦੇਰ ਮੈਂਟਲੀ ਬੰਦਾ ਪ੍ਰਪੇਅਰ ਨਹੀਂ ਹੁੰਦਾ ਉਨੀ ਦੇਰ ਉਹ ਵਰਕਰਾਂ ਨੂੰ ਮੋਟੀਵੇਟ ਨਹੀਂ ਕਰ ਸਕਦਾ। ਇਸ ਕਰਕੇ ਇੱਕ ਤਾਂ ਉਹ ਇਸ ਗੱਲ ਤੋਂ ਚਲੇ ਗਏ ਕਿ ਉਹਨਾਂ ਨੇ ਕੈਂਡੀਡੇਟ ਚੇਂਜ ਕਰ ਦਿੱਤਾ, ਇਹਦਾ ਲੋਸ ਉਹਨਾਂ ਨੂੰ ਹੋਏਗਾ। ਸੈਕੰਡਲੀ ਜਦੋਂ ਕੈਂਡੀਡੇਟ ਆਪ ਪ੍ਰਪੇਅਰ ਨਹੀਂ ਹੈਗਾ, ਬਾਕੀ ਲੋਕਾਂ ਨੂੰ ਨਾਲ ਕਿੱਦਾਂ ਤੋਰੇਗਾ ਉਹ। ਇਸ ਕਰਕੇ ਇਹਨਾਂ ਚੀਜ਼ਾਂ ਦਾ ਨੁਕਸਾਨ ਹੁੰਦਾ, ਫਾਇਦਾ ਕਦੇ ਨਹੀਂ ਹੁੰਦਾ। ਬਾਕੀ ਕੈਂਡੀਡੇਟ ਦਾ ਇਹ ਵੀ ਹੁੰਦਾ ਕਿ ਲੋਕ ਇਹ ਦੇਖਦੇ ਆ ਕਿ ਅੱਜ ਇਸ ਕੈਂਡੀਡੇਟ ਨੂੰ ਜਿਤਾਉਂਦੇ ਆ ਅਤੇ ਕੱਲ੍ਹ ਨੂੰ ਇਸ ਕੈਂਡੀਡੇਟ ਨੂੰ ਅਸੀਂ ਕਿਸੇ ਗੱਲ ਲਈ ਪਕੜਨਾ ਆਇਆ ਤਾਂ ਕਿੱਥੇ ਪਕੜਾਂਗੇ। ਹੁਣ ਪ੍ਰੋਫੈਸਰ ਚੰਦੂਮਾਜਰਾ ਜੀ ਮੋਹਾਲੀ 'ਚ ਰਹਿੰਦੇ ਆ, ਜਦੋਂ ਮਰਜ਼ੀ ਜਾ ਕੇ ਵਰਕਰ ਉਹਨਾਂ ਨੂੰ ਮਿਲ ਸਕਦਾ, ਲੇਕਿਨ ਬੀਬੀ ਸੋਨੀ ਜਿਹੜੀ ਹੈਗੀ ਆ ਉਹ ਦਿੱਲੀ 'ਚ ਰਹਿਣ ਵਾਲੀ ਆ। ਔਰ ਮੈਂ ਇਸ ਗੱਲ ਤੋਂ ਹੈਰਾਨ ਆ ਕਿ ਜਿਹੜੀ 7 ਸਾਲ ਸੋਨੀਆ ਦੀ ਸੱਜੀ ਬਾਹ ਬਣ ਕੇ ਰਹੀ, ਮਿਨਿਸਟਰ ਰਹੀ, ਐਜ਼ ਏ ਮਿਨਿਸਟਰ ਇਸ ਹਲਕੇ ਦਾ ਕਦੀ ਉਹਨੇ ਕੁਛ ਸਵਾਰਿਆ ਨਹੀਂ, ਕਦੀ ਕੋਈ ਪ੍ਰੋਗਰਾਮ, ਕਦੀ ਕੋਈ ਆਪਣੀ ਗ੍ਰਾਂਟ ਸਾਡੇ ਹਲਕੇ 'ਚ ਨਹੀਂ ਦਿੱਤੀ। ਅਤੇ ਅੱਜ ਉਹ ਕੈਂਡੀਡੇਟ ਬਣ ਕੇ ਇੱਕ ਤਾਂ ਉਹ ਲੋਕ ਜਿਹੜੇ ਆ ਹਰ ਇੱਕ ਨੂੰ ਆਪਣੇ ਨੇੜੇ ਦੇਖਦੇ ਆ ਕਿ ਕਿਹੜਾ ਸਾਡੇ ਨੇੜੇ ਆ, ਅਤੇ ਦਿੱਲੀ ਦੇ ਵਿੱਚ ਜਾ ਕੇ ਪਹੁੰਚ ਕਰਨੀ ਤਾਂ ਬੜੀ ਔਖੀ ਹੋ ਜਾਂਦੀ ਆ। ਦਿੱਲੀ ਦੀ ਗੱਲ ਛੇੜ ਲਈ ਤੁਸੀਂ ਇਸ ਵੇਲੇ ਕਾਰਜਕਾਰਨੀ ਦੇ ਮੈਂਬਰ ਹੋ ਬੀਜੇਪੀ ਦੇ। ਹਿੰਦੁਸਤਾਨ ਦਾ ਸਿਨੈਰੀਓ ਜਿਹੜਾ ਇਸ ਵੇਲੇ ਹੈ,
ਉਹਨੂੰ ਕਿਵੇਂ ਦੇਖਦੇ ਹੋ ਕਿ ਬੀਜੇਪੀ ਜੋ ਪ੍ਰੋਜੈਕਸ਼ਨਸ ਆ ਰਹੀਆਂ ਨੇ ਵੀ ਸਰਕਾਰ ਬਣਾ ਸਕਦੀ ਹੈ ਆਪਣੇ ਦਲਾਂ ਨਾਲ, ਆਪਣੇ ਹੋਰ ਜਿਹੜੇ ਐਨਡੀਏ ਦੇ ਗਰੁੱਪ ਹੈ ਉਹਦੇ ਨਾਲ ਮਿਲ ਕੇ, ਕੀ ਤੁਸੀਂ ਇਹ ਮਹਿਸੂਸ ਕਰਦੇ ਹੋ ਵੀ ਇਹ ਜਿਹੜੀਆਂ ਖਬਰਾਂ ਨੇ ਇਹ ਬਿਲਕੁਲ ਤੱਥਾਂ ਦੇ ਆਧਾਰਿਤ ਨੇ ਜਾਂ ਇਹਦੇ ਵਿੱਚ ਹਾਲੀ ਵੀ ਮਿਹਨਤ ਕਰਨ ਦੀ ਲੋੜ ਹੈ? ਇਹ ਦੇਖੋ, ਮਿਹਨਤ ਤਾਂ ਲਾਸਟ ਡੇ ਤੱਕ ਵੀ ਲੋੜ ਹੈ। ਇਹ ਹੈ ਕਿ ਵੀ ਕਈ ਵਾਰੀ ਹਵਾ 'ਚ ਦੇਖ ਕੇ ਕਈ ਗੱਲ ਨੂੰ ਅਸੀਂ ਅਵੇਸਲੇ ਨਹੀਂ ਹੋ ਸਕਦੇ। ਵੋਟਰ ਐਸਾ ਹੈ ਜਿਹਨੂੰ ਲਾਸਟ ਦਿਨ ਜਿੰਨੀ ਦੇਰ ਡੱਬੇ ਦੇ ਵਿੱਚ ਵੋਟ ਬੰਦ ਨਹੀਂ ਹੋ ਜਾਂਦੀ ਉਦੋਂ ਤੱਕ ਸਾਨੂੰ ਬਿਲਕੁਲ ਵੀ ਅਵੇਸਲੇ ਨਹੀਂ ਹੋਣਾ ਚਾਹੀਦਾ। ਔਰ ਕਈ ਵਾਰੀ ਬੰਦਾ ਇਹ ਸੋਚ ਕੇ ਕਿ ਅਸੀਂ ਤਾਂ ਹੁਣ ਜਿੱਤੇ ਪਏ ਹਾਂ, ਉਹ ਜਿੱਤੇ ਪਏ ਨੂੰ ਮੈਂ ਤਾਂ ਜਿੱਤ ਉਦੋਂ ਹੀ ਹੁੰਦੀ ਹੈ ਜਦੋਂ ਹਰ ਇੱਕ ਚੀਜ਼ ਜਿਹੜੀ ਵੋਟਰ ਆ ਸਾਡੇ ਹੱਕ ਦੇ ਵਿੱਚ ਕਾਸਟ ਹੋ ਜਾਵੇ। ਸੋ ਹਵਾ ਦਾ ਫਾਇਦਾ ਜ਼ਰੂਰ ਹੁੰਦਾ ਕਿ ਲੋਕ ਸਾਡੇ ਨਾਲ ਹੋਰ ਜੁੜਦੇ ਆ, ਲੇਕਿਨ ਇਸ ਹਵਾ ਨਾਲ ਪਾਰਟੀ ਵਰਕਰ ਨੂੰ ਜਿਹੜਾ ਅਵੇਸਲਾ ਨਹੀਂ ਹੋਣਾ ਚਾਹੀਦਾ। ਉਹਨੂੰ ਲਾਸਟ ਦਿਨ ਤੱਕ, ਲਾਸਟ ਵੋਟ ਨੂੰ ਜਿੰਨੀ ਦੇਰ ਉਹ ਕਾਸਟ ਨਹੀਂ ਕਰਵਾ ਲੈਂਦਾ ਉਨੀ ਦੇਰ ਉਹਨੂੰ ਬੈਠਣਾ ਨਹੀਂ ਚਾਹੀਦਾ। ਤੁਹਾਡਾ ਆਪਣੇ ਪੋਲੀਟੀਕਲ ਕੈਰੀਅਰ ਨੂੰ ਮੈਂ ਤੁਹਾਡੀ ਗੱਲ ਕਰਦਾ, ਆਪਣੇ ਆਪ ਨੂੰ ਕਿੱਥੇ ਦੇਖਦੇ ਹੋ ਆਉਣ ਵਾਲੇ ਸਮੇਂ ਦੇ ਵਿੱਚ? ਦੇਖੋ, ਮੈਂ ਜਦੋਂ ਤੋਂ ਪਾਰਟੀ ਦਾ ਕੰਮ ਸ਼ੁਰੂ ਕੀਤਾ ਮੈਂ ਪਿੱਛੇ ਮੁੜ ਕੇ ਨਹੀਂ ਅੱਜ ਦੇਖਿਆ। ਪਾਰਟੀ ਨੇ ਮਾਣ ਦਿੱਤਾ, ਬਹੁਤ ਵਧੀਆ ਜ਼ਿੰਮੇਵਾਰੀਆਂ ਦਿੱਤੀਆਂ, ਲੇਕਿਨ ਮੈਂ ਹੁਣ ਵੀ ਇਹ ਗੱਲ ਕਹਿੰਦੀ ਹਾਂ ਕਿ ਪਾਰਟੀ ਦੇ ਲਈ ਕੰਮ ਕਰਨਾ ਸਾਡਾ ਧਰਮ ਹੈ ਔਰ ਉਸ ਕੰਮ ਦਾ ਜਿਹੜਾ ਰਿਵਾਰਡ ਹੈਗਾ ਉਹ ਪਾਰਟੀ ਟਾਈਮ ਟੂ ਟਾਈਮ ਦਿੰਦੀ ਰਹਿੰਦੀ ਆ ਔਰ ਉਹ ਪਾਰਟੀ ਆ ਜਿੱਥੇ ਵੀ ਮੈਨੂੰ ਪਹੁੰਚਾਊਗੀ, ਜਿੱਥੇ ਵੀ ਮੇਰੀ ਜ਼ਿੰਮੇਵਾਰੀ ਲਾਊਗੀ, ਮੈਂ ਉੱਥੇ ਕੰਮ ਕਰੂੰਗੀ। ਪਿਛਲੀਆਂ ਦੋ ਵਿਧਾਨ ਸਭਾ ਦੀਆਂ ਇਲੈਕਸ਼ਨਾਂ ਦੇ ਵਿੱਚ ਤੁਹਾਨੂੰ ਟਿਕਟ ਮਿਲਦੀ ਰਹਿ ਗਈ ਵੱਖਰੀਆਂ ਕੌਂਸਟੀਚੁਐਂਸੀਆਂ ਤੋਂ, ਉਹਦੇ ਬਾਰੇ ਕੁਛ? ਮੈਨੂੰ ਇਹਦੇ 'ਚ ਕੋਈ ਇੱਕ ਸਿਰਫ ਇਲੈਕਸ਼ਨ ਲੜਨੀ ਹੀ ਬੰਦੇ ਦਾ ਮੁੱਦਾ ਨਹੀਂ ਹੁੰਦਾ। ਕਿੰਗ ਬਣਨ ਨਾਲੋਂ ਕਿੰਗ ਮੇਕਰ ਬਣਨਾ ਮੇਰੇ ਖਿਆਲ ਦਾ ਜ਼ਿਆਦਾ ਜ਼ਿੰਮੇਵਾਰੀ ਦੀ ਗੱਲ ਹੁੰਦੀ ਆ, ਕਿਉਂਕਿ ਕਿੰਗ ਮੇਕਰ ਜਿਹੜਾ ਹੈਗਾ ਉਹਦੀ ਜ਼ਿੰਮੇਵਾਰੀ ਬਹੁਤ ਵੱਡੀ ਹੁੰਦੀ ਆ। ਅਤੇ ਇਲੈਕਸ਼ਨ ਤਾਂ MLA ਇੱਕ ਨੇ ਹੀ ਲੜਨਾ ਹੁੰਦਾ, ਜਿਹੜਾ ਵੀ ਪਾਰਟੀ ਨੇ ਜਿਹਦੇ 'ਤੇ ਮੋਹਰ ਲਾ ਦਿੱਤੀ ਅਸੀਂ ਉਹਦੇ ਨਾਲ ਰਲ ਕੇ ਉਹਨੂੰ ਇਲੈਕਸ਼ਨ ਲੜਾਉਣੀ ਹੈ, ਇਹ ਸਾਡੀ ਜ਼ਿੰਮੇਵਾਰੀ ਹੈ। ਥਾਂਦੀ ਮੈਡਮ, ਬਹੁਤ ਤੁਹਾਡਾ ਧੰਨਵਾਦ, ਤੁਸੀਂ ਸਾਡੇ ਨਾਲ ਜੁੜੇ। ਇਹ ਛੋਟੇ ਜਿਹੇ ਸਮੇਂ ਦੇ ਵਿੱਚ ਤੁਸੀਂ ਸਾਨੂੰ ਸਮਾਂ ਦਿੱਤਾ, ਆਪਣੇ ਕੀਮਤੀ ਸਮੇਂ 'ਚ। ਅੱਜ ਬਹੁਤ ਬਿਜ਼ੀ ਹੋ ਅੱਜ ਕੱਲ੍ਹ ਚੋਣਾਂ ਦੇ ਵਿੱਚ, ਅਤੇ ਬਹੁਤ ਤੁਹਾਡਾ ਧੰਨਵਾਦ। ਥੈਂਕ ਯੂ। ਮੈਡਮ ਥਾਂਦੀ ਨੇ ਇੱਕ ਗੱਲ ਕਲੀਅਰ ਕਰਤੀ ਹੈ ਵੀ ਉਹ ਕਿੰਗ ਬਣਨ ਨਾਲੋਂ ਕਿੰਗ ਮੇਕਰ ਬਣਨਾ ਜ਼ਿਆਦਾ ਪਸੰਦ ਕਰਨਗੇ। ਤੁਹਾਡੇ ਨਾਲ ਫਿਰ ਕਿਸੇ ਹੋਰ ਨਵੀਂ ਹਸਤੀ ਦੇ ਨਾਲ ਰੂਬਰੂ ਹੋਵਾਂਗੇ। ਤਦ ਤੱਕ ਲਈ ਇਜਾਜ਼ਤ ਦਿਓ। ਧੰਨਵਾਦ, ਸਤਿ ਸ਼੍ਰੀ ਅਕਾਲ, ਨਮਸਕਾਰ, ਰੱਬ ਰਾਖਾ। ਮਿਲਾਵਾਂਗੇ ਤੁਹਾਨੂੰ ਸਮਾਜ ਦੀਆਂ ਉੱਗੀਆਂ ਹਸਤੀਆਂ ਦੇ ਨਾਲ ਤੇ ਪੁੱਛਾਂਗੇ ਉਹਨਾਂ ਤੋਂ ਸਵਾਲ ਜਿਹੜੇ ਦੇਣਗੇ ਤੁਹਾਨੂੰ ਜਾਣਕਾਰੀਆਂ। ਵੇਖਣਾ ਨਾ ਭੁੱਲਣਾ ਪ੍ਰੋਗਰਾਮ ਸ਼ਾਹ ਜੀ ਦੇ ਸਵਾਲ।